ਅੱਜ ਮੇਰਾ ਵਿਆਹ ਸੀ। ਹਰ ਕੁੜੀ ਦੇ ਆਪਣੇ ਵਿਆਹ ਨੂੰ ਲੈ ਕੇ ਕਈ ਸੁਪਨੇ ਹੁੰਦੇ ਹਨ। ਉਹ ਆਪਣੇ ਵਿਆਹ ਦੀਆਂ ਆਪਣੀਆਂ ਇੱਛਾਵਾਂ ਨੂੰ ਸੰਭਾਲਦੀ ਹੈ, ਪਰ ਮੇਰਾ ਵਿਆਹ ਆਮ ਵਿਆਹਾਂ ਨਾਲੋਂ ਥੋੜਾ ਵੱਖਰਾ ਸੀ। ਇਹ ਵਿਆਹ ਘੱਟ ਤੇ ਇੱਕ ਸੌਦਾ ਜਿਹਾ ਸੀ, ਮੇਰੀ ਮਜਬੂਰੀ ਦਾ ਸੌਦਾ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ। ਮੇਰੇ ਸਹੁਰੇ ਘਰ ਵਿੱਚ ਸਿਰਫ ਮੇਰੇ ਪਤੀ ਅਤੇ ਮੇਰਾ ਸਹੁਰਾ ਸਨ। ਉੱਥੇ ਮੇਰਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਤੇ ਮੈਨੂੰ ਸਿੱਧਾ ਮੇਰੇ ਪਤੀ ਦੇ ਕਮਰੇ ਵਿੱਚ ਲੈ ਜਾਇਆ ਗਿਆ। ਮੈਂ ਦੁਲਹਨ ਬਣੀ ਬੈੱਡ ਤੇ ਬੈਠੀ ਸੀ, ਇੱਕ ਸਾਦਾ ਜਿਹਾ ਵਿਆਹ ਵਾਲਾ ਜੋੜਾ ਪਾ ਕੇ। ਮੈਂ ਕਿਸੇ ਪਾਸੇ ਤੋਂ ਵੀ ਦੁਲਹਨ ਨਹੀਂ ਲੱਗਦੀ ਸੀ। ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ ਅਤੇ ਮੇਰੇ ਹੱਥ ਪੈਰ ਕੰਬ ਰਹੇ ਸਨ। ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ। ਮੈਂ ਆਪਣੇ ਪਤੀ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਸਨ ਜੋ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਕੋਈ ਕਹਿ ਰਿਹਾ ਸੀ, ਉਸ ਨਾਲ ਵਿਆਹ ਨਾ ਕਰੋ, ਉਹ ਪਾਗਲ ਹੈ, ਉਹ ਮਾਨਸਿਕ ਰੋਗੀ ਹੈ, ਤੇਰੀ ਜ਼ਿੰਦਗੀ ਨਰਕ ਬਣ ਜਾਵੇਗੀ, ਤੂੰ ਤਾਂ ਪੜ੍ਹੀ ਲਿਖੀ ਕੁੜੀ ਹੈ, ਫਿਰ ਉਸ ਪਾਗਲ ਮੁੰਡੇ ਨਾਲ ਵਿਆਹ ਕਰਨ ਦੀ ਬੇਵਕੂਫੀ ਕਿਉਂ ਕਰ ਰਹੀ ਹੈ। ਮੇਰੇ ਮਨ ਵਿੱਚ ਇੱਕ ਤੋਂ ਬਾਅਦ ਇੱਕ ਸ਼ਬਦ ਗੂੰਜ ਰਹੇ ਸਨ। ਘਬਰਾਹਟ ਕਾਰਨ ਮੇਰਾ ਗਲਾ ਵੀ ਸੁੱਕ ਗਿਆ ਸੀ। ਮੈਂ ਆਪਣੀ ਘਬਰਾਹਟ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਮੇਰੇ ਪਤੀ ਅੰਦਰ ਆਏ ਤਾਂ ਮੈਂ ਥੋੜਾ ਘਬਰਾ ਕੇ ਬੈਠ ਗਈ। ਉਹ ਮੇਰੇ ਕੋਲ ਆ ਕੇ ਬੈਠ ਗਿਆ ਅਤੇ ਮੈਨੂੰ ਆਪਣਾ ਪਰਦਾ ਚੁੱਕਣ ਲਈ ਕਿਹਾ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ, ਪਰ ਮੈਂ ਆਪਣੇ ਪਤੀ ਬਾਰੇ ਪਹਿਲਾਂ ਹੀ ਕਈ ਅਜੀਬ ਗੱਲਾਂ ਸੁਣੀਆਂ ਸਨ। ਇਸ ਲਈ ਮੈਂ ਹੈਰਾਨ ਹੋਣਾ ਬੰਦ ਕਰ ਦਿੱਤਾ ਅਤੇ ਉਸ ਦੀ ਗੱਲ ਮੰਨ ਲਈ ਅਤੇ ਆਪਣਾ ਪਰਦਾ ਆਪ ਹੀ ਚੁੱਕ ਲਿਆ। ਪਰਦਾ ਹਟਾ ਕੇ ਜਿਵੇਂ ਹੀ ਮੈਂ ਆਪਣੇ ਪਤੀ ਵੱਲ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਉਸਨੇ ਵੀ ਮੇਰੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ। ਉਹ ਕਿੰਨੀ ਦੇਰ ਤੱਕ ਮੈਨੂੰ ਦੇਖਦਾ ਰਿਹਾ ਤੇ ਫਿਰ ਕੌਣ ਜਾਣੇ ਕੀ ਹੋਇਆ। ਉਹ ਅਚਾਨਕ ਉੱਠ ਕੇ ਕਮਰੇ ਦੀ ਛੱਤ ਤੇ ਚਲਾ ਗਿਆ। ਮੈਂ ਵੀ ਘਬਰਾਹਟ ਵਿੱਚ ਬੈੱਡ ਤੇ ਬੈਠੀ ਸੀ ਤੇ ਸੋਚ ਰਹੀ ਸੀ ਕਿ ਇਹ ਸਭ ਕਿਉਂ ਹੋਇਆ। ਹੁਣ ਕਮਰੇ ਵਿੱਚ ਬੈਠਣਾ ਮੇਰੇ ਲਈ ਔਖਾ ਹੋ ਰਿਹਾ ਸੀ। ਕਮਰੇ ਵਿੱਚ ਮੇਰਾ ਦਮ ਘੁੱਟ ਰਿਹਾ ਸੀ। ਮੈਂ ਵੀ ਉੱਠ ਕੇ ਆਪਣੇ ਪਤੀ ਦੇ ਪਿੱਛੇ ਛੱਤ ਤੇ ਚਲੀ ਗਈ। ਮੈਂ ਉਸਨੂੰ ਉਸਦਾ ਨਾਮ ਨਾਲ ਬੁਲਾਇਆ। ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਨਾਮ ਸੰਜਨਾ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਤੋਂ ਇਲਾਵਾ ਘਰ ਵਿੱਚ ਮੇਰੇ ਮਾਤਾ ਪਿਤਾ ਅਤੇ ਇੱਕ ਛੋਟਾ ਭਰਾ ਸੀ। ਮੇਰਾ ਭਰਾ ਅਜੇ ਬਹੁਤ ਛੋਟਾ ਸੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ ਜਦੋਂ ਕਿ ਮੈਂ ਇੰਟਰਮੀਡੀਏਟ ਪਾਸ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਮੈਂ ਸਕਾਲਰਸ਼ਿਪ ਤੇ ਪੜ੍ਹ ਰਹੀ ਸੀ। ਇੱਥੇ ਮੇਰੇ ਵਰਗੀਆਂ ਬਹੁਤ ਘੱਟ ਕੁੜੀਆਂ ਸਨ ਜੋ ਗਰੀਬ ਪਰਿਵਾਰਾਂ ਦੀਆਂ ਸਨ। ਇੱਥੇ ਚੰਗੇ ਅਤੇ ਅਮੀਰ ਘਰਾਣੇ ਦੀਆਂ ਕੁੜੀਆਂ ਮੁੰਡੇ ਸਨ। ਇਸ ਲਈ ਮੈਂ ਸ਼ੁਰੂ ਤੋਂ ਹੀ ਇੱਥੇ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ। ਮੇਰੇ ਕਾਲਜ ਵਿੱਚ ਮੇਰੀ ਕਿਸੇ ਨਾਲ ਦੋਸਤੀ ਨਹੀਂ ਸੀ, ਪਰ ਸਰ ਨੇ ਇੱਕ ਪ੍ਰੋਜੈਕਟ ਲਈ ਕਲਾਸ ਦਾ ਇੱਕ ਗਰੁੱਪ ਬਣਾਇਆ ਸੀ। ਕਈ ਵਾਰ ਮੈਂ ਆਪਣੀ ਪੜ੍ਹਾਈ ਬਾਰੇ ਕਲਾਸ ਦੇ ਇਸ ਗਰੁੱਪ ਨਾਲ ਚਰਚਾ ਕਰ ਲੈਂਦੀ ਸੀ। ਪਰ ਉਨੀ ਦਿਨੀ ਸਾਡੇ ਵਿਭਾਗ ਵਿੱਚ ਵਿਸ਼ਾਲ ਨਾਮ ਦਾ ਇੱਕ ਲੜਕਾ ਆਇਆ ਸੀ ਅਤੇ ਜਿਵੇਂ ਹੀ ਉਹ ਆਇਆ ਤਾਂ ਸਾਰੇ ਵਿਭਾਗ ਵਿੱਚ ਉਸ ਦੀ ਖਬਰ ਫੈਲ ਗਈ। ਉਹ ਬਹੁਤ ਸੋਹਣਾ ਸੀ ਅਤੇ ਹਰ ਕੁੜੀ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਕੁੜੀਆਂ ਮੱਖੀਆਂ ਵਾਂਗ ਉਸ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਸਨ, ਪਰ ਵਿਸ਼ਾਲ ਨੇ ਕਿਸੇ ਵੱਲ ਧਿਆਨ ਨਾ ਦਿੱਤਾ। ਉਹ ਬਹੁਤ ਸੁੰਦਰ ਸੀ। ਹਰ ਕੁੜੀ ਉਸ ਲਈ ਦੀਵਾਨੀ ਸੀ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ। ਮੈਂ ਪਹਿਲੀ ਨਜ਼ਰ ਵਿੱਚ ਹੀ ਆਪਣਾ ਦਿਲ ਉਸ ਨੂੰ ਦੇ ਦਿੱਤਾ ਸੀ, ਪਰ ਉਹ ਇੱਕ ਚੰਦ ਵਾਂਗ ਸੀ ਜਿਸ ਨੂੰ ਮੈਂ ਛੂਹਣਾ ਚਾਹੁੰਦੀ ਸੀ ਪਰ ਉਹ ਛੂਹ ਨਹੀਂ ਸਕਦੀ ਸੀ। ਪਹਿਲੀ ਨਜ਼ਰ ਦਾ ਪਿਆਰ ਮੈਂ ਆਪਣੇ ਦਿਲ ਵਿੱਚ ਦੱਬ ਲਿਆ ਸੀ। ਮੈਨੂੰ ਪਤਾ ਸੀ ਕਿ ਮੈਂ ਜੋ ਕੁਝ ਚਾਹੁੰਦੀ ਹਾਂ ਉਸ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦੀ। ਇਸ ਲਈ ਇਸ ਮਾਮਲੇ ਨੂੰ ਅੱਗੇ ਲਿਜਾਣ ਦਾ ਕੋਈ ਫਾਇਦਾ ਨਹੀਂ ਸੀ। ਇਹ ਸਭ ਮੇਰੇ ਨਾਲ ਪਹਿਲੀ ਵਾਰ ਹੋਇਆ। ਪਹਿਲਾਂ ਕਦੇ ਕਿਸੇ ਮੁੰਡੇ ਨੂੰ ਦੇਖ ਕੇ ਮੇਰਾ ਦਿਲ ਇਸ ਤਰ੍ਹਾਂ ਨਹੀਂ ਧੜਕਦਾ ਸੀ, ਪਰ ਜਦੋਂ ਵੀ ਮੈਂ ਵਿਸ਼ਾਲ ਨੂੰ ਦੇਖਦੀ ਤਾਂ ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕਦਾ ਸੀ। ਮੇਰੀਆਂ ਨਜ਼ਰਾਂ ਆਪਣੇ ਆਪ ਹੀ ਵਿਸ਼ਾਲ ਵੱਲ ਹੋ ਜਾਂਦੀਆਂ ਸੀ ਤੇ ਮੈਂ ਝੱਟ ਅੱਖਾਂ ਨੀਵੀਆਂ ਕਰ ਲੈਂਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਵਿਸ਼ਾਲ ਨੂੰ ਸ਼ੱਕ ਹੋਵੇ ਕਿ ਮੈਂ ਉਸ ਨੂੰ ਕਿਵੇਂ ਦੇਖਦੀ ਹਾਂ। ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਦਿਲ ਵਿੱਚ ਰੱਖਿਆ ਸੀ ਅਤੇ ਉਹਨਾਂ ਨੂੰ ਕਦੇ ਵੀ ਕਿਸੇ ਅੱਗੇ ਪ੍ਰਗਟ ਨਹੀਂ ਹੋਣ ਦਿੱਤਾ। ਜਦੋਂ ਕਲਾਸ ਵਿੱਚ ਨਵੇਂ ਗਰੁੱਪ ਬਣੇ ਤਾਂ ਵਿਸ਼ਾਲ ਮੇਰੇ ਗਰੁੱਪ ਵਿੱਚ ਸ਼ਾਮਲ ਹੋ ਗਿਆ। ਹੁਣ ਤਾਂ ਅਕਸਰ ਇਹ ਹੋਣ ਲੱਗਾ ਕਿ ਪੜ੍ਹਾਈ ਦੇ ਸਿਲਸਿਲੇ ਵਿੱਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ। ਕਈ ਵਾਰ ਵਿਸ਼ਾਲ ਮੇਰੇ ਨੋਟਸ ਵੀ ਬਣਾ ਦਿੰਦਾ। ਉਹ ਮੇਰੀ ਪੜ੍ਹਾਈ ਵਿੱਚ ਹਰ ਸੰਭਵ ਮਦਦ ਕਰਦਾ ਤੇ ਉਹ ਸਾਰੇ ਕੰਮ ਵਿੱਚ ਵੀ ਮੇਰੀ ਮਦਦ ਕਰਦਾ ਸੀ, ਜਦੋਂ ਕਿ ਉਹ ਕਿਸੇ ਹੋਰ ਕੁੜੀ ਨਾਲ ਗੱਲ ਵੀ ਨਹੀਂ ਕਰਦਾ ਸੀ। ਕੁਝ ਕੁੜੀਆਂ ਮੈਨੂੰ ਦੇਖ ਕੇ ਈਰਖਾ ਕਰਨ ਲੱਗ ਪਈਆਂ ਤੇ ਕੁਝ ਮੈਨੂੰ ਕਹਿਣ ਲੱਗ ਪਈਆਂ ਕਿ ਵਿਸ਼ਾਲ
ਤੈਨੂੰ ਪਸੰਦ ਕਰਦਾ ਹੈ, ਇਸੇ ਲਈ ਉਹ ਤੇਰੇ ਨਾਲ ਇੰਨੀ ਗੱਲ ਕਰਦਾ ਹੈ। ਨਹੀਂ ਤਾਂ ਸਾਡੇ ਵੱਲ ਦੇਖੋ, ਅਸੀਂ ਉਸ ਨਾਲ ਗੱਲ ਕਰਨ ਲਈ ਪਾਗਲ ਹਾਂ ਅਤੇ ਉਹ ਸਾਡੇ ਵੱਲ ਧਿਆਨ ਵੀ ਨਹੀਂ ਦਿੰਦਾ। ਪਰ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਇੱਕ ਕੰਨ ਵਿੱਚੋਂ ਸੁਣਦੀ ਸੀ ਅਤੇ ਦੂਜੇ ਕੰਨ ਵਿੱਚੋਂ ਕੱਢ ਦਿੰਦੀ ਸੀ, ਕਿਉਂਕਿ ਮੈਂ ਆਪਣੇ ਲੈਵਲ ਤੋਂ ਚੰਗੀ ਤਰ੍ਹਾਂ ਜਾਣੂ ਸੀ। ਬੇਸ਼ੱਕ ਮੈਂ ਬਹੁਤ ਸੋਹਣੀ ਸੀ, ਪਰ ਮੇਰਾ ਸਟੇਟਸ ਵਿਸ਼ਾਲ ਦੇ ਸਟੇਟਸ ਨਾਲ ਮੇਲ ਨਹੀਂ ਖਾਂਦਾ ਸੀ। ਤੇ ਕੋਈ ਪਾਗਲ ਹੀ ਹੋਵੇਗਾ ਜੋ ਇੰਨੀਆਂ ਅਮੀਰ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰਦਾ ਸੀ। ਉਹ ਦੇਸ਼ ਦੇ ਇੱਕ ਹਾਈ ਪ੍ਰੋਫਾਈਲ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ, ਜਿਸ ਦਾ ਪਿਤਾ ਸਬਜ਼ੀ ਦੀ ਸਟਾਲ ਚਲਾਉਂਦਾ ਸੀ। ਸਾਡੇ ਕਾਲਜ ਦਾ ਸਮਾਂ ਕਿਵੇਂ ਗੁਜ਼ਰਿਆ ਪਤਾ ਹੀ ਨਹੀਂ ਲੱਗਾ। ਵਿਸ਼ਾਲ ਨਾਲ ਮੈਂ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਅਤੇ ਨਾ ਹੀ ਉਸਨੇ ਮੇਰੇ ਨਾਲ ਕਦੇ ਕੋਈ ਫालतू ਗੱਲ ਕੀਤੀ। ਅੱਜ ਸਾਡੇ ਕਾਲਜ ਵਿੱਚ ਆਖਰੀ ਦਿਨ ਸੀ, ਪਰ ਅੱਜ ਵਿਸ਼ਾਲ ਨਹੀਂ ਆਇਆ। ਮੇਰਾ ਦਿਲ ਅਜੀਬ ਜਿਹੀ ਬੇਚੈਨੀ ਮਹਿਸੂਸ ਕਰਨ ਲੱਗਾ। ਮੈਂ ਇੰਨਾ ਲੰਮਾ ਇੰਤਜ਼ਾਰ ਕੀਤਾ ਕਿ ਮੈਂ ਉਸ ਨੂੰ ਆਖਰੀ ਵਾਰ ਦੇਖਣਾ ਚਾਹੁੰਦੀ ਸੀ। ਮੈਂ ਇਹਨਾਂ ਪਲਾਂ ਨੂੰ ਆਪਣੇ ਦਿਲ ਵਿੱਚ ਕੈਦ ਕਰਨਾ ਚਾਹੁੰਦੀ ਸੀ, ਤਾਂ ਜੋ ਮੇਰੀ ਜ਼ਿੰਦਗੀ ਦੇ ਕਿਸੇ ਮੋੜ ਤੇ ਜੇ ਮੈਨੂੰ ਵਿਸ਼ਾਲ ਦੀ ਯਾਦ ਆਵੇ ਤਾਂ ਮੈਨੂੰ ਇਹਨਾਂ ਖੂਬਸੂਰਤ ਪਲਾਂ ਨੂੰ ਯਾਦ ਕਰ ਸਕਾਂ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਜੋ ਝੱਟ ਮੈਂ ਪੂੰਝ ਲਏ, ਪਰ ਵਿਸ਼ਾਲ ਮੈਨੂੰ ਕਿਧਰੇ ਨਹੀਂ ਦਿਸ ਰਿਹਾ ਸੀ। ਉਹ ਕਿਉਂ ਨਹੀਂ ਆਇਆ? ਅਸੀਂ ਕਦੇ ਇੱਕ ਦੂਜੇ ਨੂੰ ਆਪਣਾ ਨੰਬਰ ਵੀ ਨਹੀਂ ਦਿੱਤਾ, ਕਿਉਂਕਿ ਇਸ ਦੇ ਕਦੇ ਲੋੜ ਨਹੀਂ ਪਈ ਸੀ। ਅਤੇ ਅੱਜ ਆਖਰੀ ਦਿਨ ਸੀ। ਮੈਂ ਭਾਰੀ ਮਨ ਨਾਲ ਕਾਲਜ ਤੋਂ ਘਰ ਵੱਲ ਤੁਰ ਪਈ। ਮੇਰਾ ਮਨ ਉਦਾਸ ਸੀ, ਮੈਂ ਬੇਚੈਨ ਸੀ। ਕਾਲਜ ਦੇ ਗੇਟ ਤੋਂ ਬਾਹਰ ਨਿਕਲਦਿਆਂ ਮੈਂ ਮੁੜ ਉਸੇ ਦਿਸ਼ਾ ਵੱਲ ਦੇਖਦੀ ਰਹੀ ਜਿੱਥੋਂ ਵਿਸ਼ਾਲ ਆਉਂਦਾ ਸੀ। ਮੇਰਾ ਜੀ ਕਰਦਾ ਸੀ ਕਿ ਚੀਕ ਕੇ ਵਿਸ਼ਾਲ ਦਾ ਨਾਂ ਲੈ ਕੇ ਉਸ ਨੂੰ ਬੁਲਾ ਕੇ ਪੁੱਛਾਂ ਕਿ ਤੂੰ ਕਿੱਥੇ ਹੈ, ਘੱਟੋ ਘੱਟ ਇੱਕ ਵਾਰ ਆ ਜਾ, ਮੈਂ ਤੈਨੂੰ ਆਖਰੀ ਵਾਰ ਮਿਲਣਾ ਚਾਹੁੰਦੀ ਹਾਂ। ਪਰ ਵਿਸ਼ਾਲ ਨੇ ਨਹੀਂ ਆਉਣਾ ਸੀ, ਉਹ ਨਹੀਂ ਆਇਆ। ਮੈਂ ਦੁਖੀ ਮਨ ਨਾਲ ਘਰ ਪਰਤ ਆਈ। ਮੇਰਾ ਦਿਨ ਬਹੁਤ ਮਾੜਾ ਗੁਜ਼ਰਿਆ ਸੀ। ਕਾਲਜ ਦੀ ਥਕਾਵਟ ਤੋਂ ਛੁਟਕਾਰਾ ਪਾਉਣ ਵਿੱਚ ਕੁਝ ਦਿਨ ਗੁਜ਼ਰ ਗਏ, ਪਰ ਕਾਲਜ ਛੱਡਣ ਤੋਂ ਬਾਅਦ ਕੁਝ ਸਮੇਂ ਬਾਅਦ ਜ਼ਿੰਦਗੀ ਨੇ ਅਜਿਹਾ ਮੋੜ ਲੈ ਲਿਆ ਕਿ ਮੈਂ ਦੰਗ ਰਹਿ ਗਈ। ਪਾਪਾ ਨੂੰ ਕੰਮ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਕਈ ਦਿਨ ਹਸਪਤਾਲ ਵਿੱਚ ਰਹੇ। ਕੰਮ ਅਚਾਨਕ ਬੰਦ ਹੋ ਗਿਆ ਸੀ। ਅਸੀਂ ਗਰੀਬ ਲੋਕ ਸੀ, ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਬੈਠ ਕੇ ਰੋਟੀ ਖਾ ਸਕੇ। ਸਾਡਾ ਤਾਂ ਰੋਜ਼ ਦਾ ਕਮਾਉਣਾ ਤੇ ਰੋਜ਼ ਦਾ ਖਾਣਾ ਸੀ। ਬੜੀ ਮੁਸ਼ਕਲ ਵਿੱਚ ਦਿਨ ਗੁਜ਼ਰ ਰਹੇ ਸਨ। ਮੈਂ ਰੋਂਦੀ ਹੋਈ ਆਪਣੇ ਪਿਤਾ ਨੂੰ ਬਚਾਉਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਸੀ। ਇਸ ਦੁਨੀਆ ਵਿੱਚ ਮੇਰੇ ਪਾਪਾ ਤੋਂ ਇਲਾਵਾ ਕੌਣ ਸੀ? ਡਾਕਟਰ ਨੇ ਕੁਝ ਟੈਸਟ ਦੱਸੇ। ਉਹਨਾਂ ਨੂੰ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਪਿਤਾ ਜੀ ਦੇ ਦਿਲ ਦੇ 2 ਵਾਲ ਬੰਦ ਸਨ ਅਤੇ ਉਹਨਾਂ ਦੇ ਦਿਲ ਦੀ ਵੱਡੀ ਸਰਜਰੀ ਹੋਣੀ ਸੀ। ਸਾਡੇ ਕੋਲ ਇੰਨਾ ਮਹਿੰਗਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਸਨ। ਪਾਪਾ ਕੁਝ ਸਮਾਂ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਕੇ ਘਰ ਆ ਗਏ ਸਨ, ਪਰ ਡਾਕਟਰ ਨੇ ਸਖਤੀ ਨਾਲ ਆਰਾਮ ਕਰਨ ਲਈ ਕਿਹਾ ਕਿ ਪਾਪਾ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਸਨ। ਉਹ ਕੰਮ ਤੇ ਜਾਣ ਲਈ ਬਹੁਤ ਕੋਸ਼ਿਸ਼ ਕਰਦੇ ਸਨ, ਪਰ ਮੈਂ ਉਹਨਾਂ ਨੂੰ ਇਨਕਾਰ ਕਰ ਦਿੰਦੀ। ਪਾਪਾ ਕਹਿੰਦੇ, ਬੇਟਾ ਜੇ ਮੈਂ ਕੰਮ ਨਹੀਂ ਕਰਾਂਗਾ ਤਾਂ ਅਸੀਂ ਕੀ ਖਾਵਾਂਗੇ? ਇੱਕ ਦਿਨ ਪਿਤਾ ਜੀ ਚੋਰੀ ਛਿਪੇ ਕੰਮ ਤੇ ਚਲੇ ਗਏ ਤਾਂ ਉਹਨਾਂ ਦੀ ਤਬੀਅਤ ਵਿਗੜ ਗਈ। ਹੁਣ ਪਿਤਾ ਜੀ ਨੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੇ ਉਹ ਕੰਮ ਤੇ ਨਹੀਂ ਜਾਵੇਗਾ। ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਗਿਆ ਤਾਂ ਤੁਹਾਡਾ ਕੀ ਬਣੇਗਾ? ਪਰ ਘਰ ਵਿੱਚ ਇਸ ਤਰ੍ਹਾਂ ਕਦੋਂ ਤੱਕ ਚੱਲਦਾ? ਜੋ ਵੀ ਰਾਸ਼ਨ ਸੀ ਉਹ ਖਤਮ ਹੋ ਚੁੱਕਾ ਸੀ। ਇਕੱਠੀ ਕੀਤੀ ਪੂੰਜੀ ਵੀ ਹੌਲੀ ਖਤਮ ਹੋਣ ਲੱਗੀ। ਅਸੀਂ ਘਰ ਵੀ ਬਦਲ ਲਿਆ ਸੀ, ਕਿਰਾਏ ਤੇ ਕਮਰਾ ਲੈ ਲਿਆ ਸੀ। ਇਹ ਇੱਕ ਛੋਟਾ ਜਿਹਾ ਘਰ ਸੀ। ਉੱਥੇ ਰਹਿਣ ਵਿੱਚ ਬਹੁਤ ਮੁਸ਼ਕਲਾਂ ਸਨ, ਪਰ ਫਿਰ ਵੀ ਉਹ ਸਾਡਾ ਸਾਥ ਦੇ ਰਹੇ ਸਨ। ਮਾਂ ਦਾ ਫਿਕਰਮੰਦ ਚਿਹਰਾ ਦੇਖ ਕੇ ਮੈਨੂੰ ਵੀ ਚਿੰਤਾ ਹੋ ਜਾਂਦੀ ਸੀ। ਭਰਾ ਅਜੇ ਬਹੁਤ ਛੋਟਾ ਸੀ, ਇਸ ਕਰਕੇ ਉਹ ਸਾਡੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਸੀ ਤੇ ਫਿਰ ਮੈਨੂੰ ਹੀ ਕੁਝ ਕਰਨਾ ਪਏਗਾ। ਮੈਂ ਮਨ ਬਣਾ ਲਿਆ ਕਿ ਫਿਰ ਪਾਪਾ ਦੀ ਸਬਜ਼ੀ ਦੀ ਰੇਹੜੀ ਕੱਢ ਕੇ ਘਰ ਦੇ ਬਾਹਰ ਲਗਾਉਣ ਲੱਗੀ। ਹਰ ਸਵੇਰ ਮੈਂ ਆਪਣੀ ਮਾਂ ਨਾਲ ਜਾ ਕੇ ਬਾਜ਼ਾਰ ਤੋਂ ਤਾਜ਼ੀਆਂ ਸਬਜ਼ੀਆਂ ਲਿਆ ਕੇ ਘਰ ਦੇ ਬਾਹਰ ਵੇਚਦੀ ਸੀ, ਪਰ ਬਹੁਤਾ ਪੈਸਾ ਨਹੀਂ ਬਚਦਾ ਸੀ। ਪਾਪਾ ਦੀਆਂ ਦਵਾਈਆਂ ਦਾ ਖਰਚਾ ਵੀ ਸੀ ਤੇ ਸਾਡੇ ਰੋਜ਼ਾਨਾ ਦੇ ਖਰਚੇ ਵੀ ਪੂਰੇ ਕਰਨੇ ਸਨ। ਅਸੀਂ ਸਬਜ਼ੀ ਵੇਚ ਕੇ ਘਰ ਦਾ ਖਰਚਾ ਤਾਂ ਪੂਰਾ ਕਰਦੇ ਸੀ, ਪਰ ਪਿਤਾ ਜੀ ਦੇ ਇਲਾਜ ਲਈ ਪੈਸੇ ਨਾ ਬਚਾ ਸਕੇ। ਆਖਰ ਮੈਂ ਫੈਸਲਾ ਲਿਆ ਅਤੇ ਮੰਮੀ ਨੂੰ ਇਸ ਬਾਰੇ ਦੱਸਿਆ। ਮੰਮੀ ਨੇ ਮੈਨੂੰ ਬਹੁਤ ਵਰਜਿਆ, ਪਰ ਮੈਂ ਆਪਣੀ ਗੱਲ ਤੇ ਅੜੀ ਰਹੀ। ਮੈਂ ਪਿਤਾ ਜੀ ਤੋਂ ਵੀ ਇਜਾਜ਼ਤ ਲੈ ਲਈ। ਆਗਿਆ ਦਿੰਦੇ ਸਮੇਂ ਪਿਤਾ ਜੀ ਦਾ ਮਨ ਬਹੁਤ ਭਾਰਾ ਹੋ ਰਿਹਾ ਸੀ, ਕਿਉਂਕਿ ਉਹਨਾਂ ਨੇ
ਮੈਨੂੰ ਕੁਝ ਹੋਰ ਸੁਪਨੇ ਦਿਖਾਏ ਸਨ, ਪਰ ਹੁਣ ਹਾਲਾਤਾਂ ਨੇ ਇਸ ਮੋੜ ਕਾਰਨ ਇਹ ਸਾਰੇ ਅਧੂਰੇ ਰਹਿ ਗਏ। ਪਿਤਾ ਜੀ ਦੀ ਇਜਾਜ਼ਤ ਮਿਲਦਿਆਂ ਹੀ ਮੈਂ ਅਗਲੇ ਹੀ ਦਿਨ ਤੋਂ ਵੱਖ-ਵੱਖ ਥਾਵਾਂ ਤੇ ਨੌਕਰੀ ਲਈ ਇੰਟਰਵਿਊ ਦੇਣੀ ਸ਼ੁਰੂ ਕਰ ਦਿੱਤੀ ਤੇ ਘਰ ਅਖਬਾਰ ਲਗਵਾ ਲਿਆ। ਇਸ ਵਿੱਚ ਨੌਕਰੀਆਂ ਦੇ ਇਸ਼ਤਿਹਾਰ ਦੇਖ ਕੇ ਮੈਂ ਕਈ ਥਾਵਾਂ ਤੇ ਅਪਲਾਈ ਕੀਤਾ ਤੇ ਪੂਰਾ ਮਹੀਨਾ ਨੌਕਰੀਆਂ ਲਈ ਅਪਲਾਈ ਕਰਦੀ ਰਹੀ, ਪਰ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ। ਇੰਟਰਵਿਊ ਲਈ ਕਾਲ ਆਉਂਦੀ, ਮੈਂ ਇੰਟਰਵਿਊ ਲਈ ਜਾਂਦੀ, ਪਰ ਇੰਜ ਲੱਗਦਾ ਸੀ ਜਿਵੇਂ ਨੌਕਰੀ ਲਈ ਚੋਣ ਪਹਿਲਾਂ ਹੀ ਹੋ ਚੁੱਕੀ ਹੋਵੇ ਅਤੇ ਇਹ ਸਾਰੀਆਂ ਇੰਟਰਵਿਊ ਆਦਿ ਸਿਰਫ ਇੱਕ ਦਿਖਾਵਾ ਹੀ ਸੀ। ਪਰ ਫਿਰ ਉਨੀ ਦਿਨੀ ਮੈਂ ਇੰਟਰਵਿਊ ਲਈ ਇੱਕ ਜਗ੍ਹਾ ਗਈ ਸੀ ਅਤੇ ਫਿਰ ਰੱਬ ਦਾ ਚਮਤਕਾਰ ਹੋਇਆ ਕਿ ਮੈਨੂੰ ਉੱਥੇ ਨੌਕਰੀ ਮਿਲ ਗਈ। ਤਨਖਾਹ ਬਹੁਤ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਚੰਗੀ ਸੀ। ਮੈਂ ਬਹੁਤ ਖੁਸ਼ ਸੀ ਅਤੇ ਤੁਰੰਤ ਜੌਬ ਤੇ ਲੱਗ ਗਈ। ਮੈਨੂੰ ਜੁਆਇਨ ਹੋਏ ਅਜੇ ਕੁਝ ਦਿਨ ਹੀ ਹੋਏ ਸਨ ਕਿ ਇੱਕ ਦਿਨ ਮੇਰੇ ਬੌਸ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਕਿਹਾ, ਸੰਜਨਾ, ਤੇਰੀ ਯੋਗਤਾ ਅਤੇ ਤੇਰੇ ਚੰਗੇ ਕੰਮ ਨੂੰ ਦੇਖਦੇ ਹੋਏ ਤੇਰੀ ਤਨਖਾਹ ਅਤੇ ਅਹੁਦਾ ਘੱਟ ਨਹੀਂ ਹੈ ਨਾ? ਬੌਸ ਨੇ ਮੈਨੂੰ ਸਵਾਲ ਪੁੱਛਿਆ। ਇਸ ਲਈ ਮੈਂ ਥੋੜਾ ਉਲਝਣ ਵਿੱਚ ਪੈ ਗਈ, ਪਰ ਫਿਰ ਮੈਂ ਹਿੰਮਤ ਇਕੱਠੀ ਕੀਤੀ ਅਤੇ ਹਾਂ ਕਿਹਾ ਅਤੇ ਉਸਨੇ ਕੁਝ ਸਮੇਂ ਲਈ ਮੇਰੇ ਵੱਲ ਡੂੰਘੀ ਨਜ਼ਰ ਨਾਲ ਦੇਖਿਆ। ਮੈਂ ਉਸ ਦੀ ਇਸ ਤਰ੍ਹਾਂ ਮੇਰੇ ਵੱਲ ਦੇਖਣ ਕਰਕੇ ਘਬਰਾ ਰਹੀ ਸੀ, ਪਰ ਫਿਰ ਉਹ ਕਹਿਣ ਲੱਗਾ, ਤੁਹਾਡੀ ਤਨਖਾਹ ਤਾਂ ਵੱਧ ਸਕਦੀ ਹੈ, ਪਰ ਜੇ ਤੁਸੀਂ ਮੇਰੇ ਲਈ ਇੱਕ ਕੰਮ ਕਰੋਗੇ ਤਾਂ? ਬੌਸ ਨੇ ਪੁੱਛਿਆ ਤਾਂ ਮੈਂ ਉਸ ਵੱਲ ਉਲਝੀਆਂ ਨਜ਼ਰਾਂ ਨਾਲ ਦੇਖਿਆ। ਮੈਂ ਉਸ ਵੱਲ ਘਬਰਾ ਕੇ ਦੇਖਿਆ ਤੇ ਪੁੱਛਣ ਲੱਗੀ ਕਿ ਕਿਹੜਾ ਕੰਮ? ਉਹ ਕਮੀਨੀ ਜਿਹੀ ਹਾਸੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ਮਿਸ ਅੰਜਨਾ, ਤੁਸੀਂ ਬੁੱਧੀਮਾਨ ਹੋ, ਤੁਸੀਂ ਸਮਝ ਸਕਦੇ ਹੋ ਕਿ ਇਸ ਲਈ ਤੁਹਾਨੂੰ ਮੈਨੂੰ ਖੁਸ਼ ਕਰਨਾ ਪਵੇਗਾ। ਇਹ ਇੰਨੀ ਔਖੀ ਗੱਲ ਨਹੀਂ ਹੈ, ਇਹ ਅੱਜ ਕੱਲ ਆਮ ਹੀ ਹੈ। ਲੋਕ ਪੈਸੇ ਲਈ ਸਭ ਕੁਝ ਕਰਦੇ ਹਨ। ਜੇ ਤੁਸੀਂ ਮੈਨੂੰ ਹਰ ਰੋਜ਼ ਖੁਸ਼ ਰੱਖਦੇ ਹੋ ਤਾਂ ਮੈਂ ਤੁਹਾਡੀ ਤਨਖਾਹ ਦੁੱਗਣੀ ਕਰ ਦਿਆਂਗਾ। ਤੁਹਾਡੇ ਘਰ ਦੇ ਹਾਲਾਤ ਸੁਧਰ ਜਾਣਗੇ। ਬੌਸ ਨੇ ਮੈਨੂੰ ਹੇਠਾਂ ਤੋਂ ਉੱਪਰ ਤੱਕ ਦੇਖਿਆ ਅਤੇ ਕਿਹਾ। ਬੌਸ ਦੀ ਗੱਲ ਸੁਣ ਕੇ ਮੇਰੇ ਸਾਰੇ ਸਰੀਰ ਨੂੰ ਅੱਗ ਲੱਗ ਗਈ। ਮੈਂ ਬੜੇ ਗੁੱਸੇ ਨਾਲ ਖੜੀ ਹੋ ਕੇ ਕਿਹਾ ਕਿ ਤੇਰੇ ਵਰਗੇ ਬਦਮਾਸ਼ਾਂ ਕਰਕੇ ਕੁੜੀਆਂ ਘਰੋਂ ਨਿਕਲਣ ਤੋਂ ਡਰਦੀਆਂ ਹਨ। ਮੈਂ ਤੈਨੂੰ ਤੇ ਤੇਰੇ ਇਸ ਕੰਮ ਨੂੰ ਲੱਤ ਮਾਰਦੀ ਹਾਂ। ਮੈਂ ਗੁੱਸੇ ਨਾਲ ਇਹ ਕਹਿ ਕੇ ਦਫ਼ਤਰ ਤੋਂ ਬਾਹਰ ਆ ਗਈ। ਉਹ ਬੌਸ ਮੈਨੂੰ ਪਿੱਛੇ ਤੋਂ ਬੁਲਾਉਂਦਾ ਰਿਹਾ। ਮੇਰੀਆਂ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਵਹਿ ਰਹੇ ਸਨ। ਮੈਂ ਬਹੁਤ ਬੇਵਸ ਮਹਿਸੂਸ ਕਰ ਰਹੀ ਸੀ। ਇਹ ਬੇਵਸ ਤੇ ਲਾਚਾਰ ਲੋਕਾਂ ਦੀ ਦੁਨੀਆ ਨਹੀਂ ਸੀ। ਮੈਂ ਕਿਹਾ, ਮੈਂ ਕਿੰਨਾ ਟਾਈਮ ਤੱਕ ਇਸ ਤਰ੍ਹਾਂ ਸੜਕ ਦੇ ਨਾਲ ਤੁਰਦੀ ਰਹੀ, ਪਰ ਕਦੋਂ ਤੱਕ? ਮੈਂ ਘਰ ਤਾਂ ਜਾਣਾ ਹੀ ਸੀ। ਘਰ ਪਹੁੰਚ ਕੇ ਮਾਂ ਨੇ ਮੇਰਾ ਚਿੰਤਤ ਚਿਹਰਾ ਦੇਖਿਆ ਅਤੇ ਪੁੱਛਿਆ, ਕੀ ਹੋਇਆ ਸੰਜਨਾ, ਤੁਸੀਂ ਇੰਨੇ ਚਿੰਤਤ ਕਿਉਂ ਹੋ? ਮੰਮੀ ਦੇ ਪੁੱਛਣ ਦੀ ਦੇਰ ਸੀ ਕਿ ਮੈਂ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਸਾਰੀ ਸੱਚਾਈ ਦੱਸ ਦਿੱਤੀ। ਮੰਮੀ ਮੈਨੂੰ ਜੱਫੀ ਪਾ ਕੇ ਕਹਿਣ ਲੱਗ ਪਈ, ਪੁੱਤਰ, ਹੁਣ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੇ ਹੋ ਤਾਂ ਤੁਹਾਨੂੰ ਅਜੇ ਕੋਈ ਬਘਿਆੜਾਂ ਦਾ ਸਾਹਮਣਾ ਕਰਨਾ ਪਵੇਗਾ। ਅਜੇ ਬਹੁਤ ਸਾਰੇ ਜਾਨਵਰ ਤੁਹਾਡੇ ਰਾਹ ਵਿੱਚ ਆਉਣਗੇ, ਪਰ ਤੁਹਾਨੂੰ ਹਿੰਮਤ ਅਤੇ ਬੁੱਧੀ ਨਾਲ ਕੰਮ ਕਰਨਾ ਪਵੇਗਾ। ਉਸ ਤੋਂ ਬਾਅਦ ਮੰਮੀ ਨੇ ਕਾਫੀ ਦੇਰ ਤੱਕ ਮੈਨੂੰ ਸਮਝਾਇਆ ਅਤੇ ਹੁਣ ਮੈਂ ਕਾਫੀ ਉਤਸ਼ਾਹਿਤ ਸੀ। ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਮੈਂ ਬਹੁਤ ਆਰਾਮ ਮਹਿਸੂਸ ਕਰ ਰਹੀ ਸੀ। ਅਗਲੇ ਦਿਨ ਮੈਂ ਫਿਰ ਨਵੇਂ ਇਰਾਦੇ ਅਤੇ ਹਿੰਮਤ ਨਾਲ ਨਵੀਂ ਨੌਕਰੀ ਲੱਭਣ ਲਈ ਨਿਕਲ ਪਈ। ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਜਲਦੀ ਹੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਗਈ। ਇਹ ਨੌਕਰੀ ਪਹਿਲਾਂ ਨਾਲੋਂ ਬਹੁਤ ਵਧੀਆ ਸੀ। ਤਨਖਾਹ ਜ਼ਿਆਦਾ ਸੀ ਅਤੇ ਘਰ ਤੋਂ ਲੈ ਜਾਣ ਤੇ ਛੱਡਣ ਦੀ ਸਹੂਲਤ ਵੀ ਸੀ। ਹੁਣ ਇਹ ਮੇਰੇ ਲਈ ਬਹੁਤ ਆਸਾਨ ਸੀ। ਮੈਂ ਇੱਥੇ 3 ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਇੱਥੋਂ ਦਾ ਮਾਹੌਲ ਵੀ ਬਹੁਤ ਵਧੀਆ ਸੀ। ਅੱਜ ਤੱਕ ਮੈਂ ਆਪਣੀ ਕੰਪਨੀ ਦੇ ਹੈੱਡ ਨੂੰ ਹੀ ਦੇਖਿਆ ਸੀ। ਹਾਲਾਂਕਿ ਦਫ਼ਤਰ ਵਿੱਚ ਉਸਦੇ ਬੇਟੇ ਦੀ ਵੀ ਕਾਫੀ ਚਰਚਾ ਸੀ। ਕਈਆਂ ਨੇ ਉਸ ਨੂੰ ਪਾਗਲ ਕਿਹਾ, ਕਿਸੇ ਨੇ ਉਸ ਨੂੰ ਸਾਈਕੋ ਕਿਹਾ, ਪਰ ਮੈਂ ਉਸ ਨੂੰ ਅੱਜ ਤੱਕ ਨਹੀਂ ਦੇਖਿਆ ਸੀ। ਸ਼ਾਇਦ ਉਹ ਦਫ਼ਤਰ ਨਹੀਂ ਆਇਆ ਸੀ। ਮੈਂ ਵੀ ਆਪਣੇ ਕੰਮ ਵਿੱਚ ਧਿਆਨ ਰੱਖਦੀ ਸੀ, ਪਰ ਫਿਰ ਉਹਨਾਂ ਦਿਨਾਂ ਵਿੱਚ ਬੌਸ ਨੇ ਮਹਿਲਾ ਵਰਕਰਾਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਅਤੇ ਉਹਨਾਂ ਤੋਂ ਇੱਕ ਅਜੀਬ ਐਲਾਨ ਸੁਣਨ ਨੂੰ ਮਿਲਿਆ। ਬੌਸ ਨੇ ਕਿਹਾ ਕਿ ਜੋ ਵੀ ਲੜਕੀ ਮੇਰੇ ਬੇਟੇ ਨਾਲ ਵਿਆਹ ਕਰੇਗੀ ਅਤੇ ਉਸ ਨਾਲ 24 ਘੰਟੇ ਬਿਤਾਏਗੀ, ਉਸ ਨੂੰ ਵੱਡੀ ਰਕਮ ਦਾ ਇਨਾਮ ਦਿੱਤਾ ਜਾਵੇਗਾ। ਮੈਨੂੰ ਆਪਣੇ ਬੌਸ ਦੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਪਤਾ ਨਹੀਂ ਉਸ ਦੇ ਪੁੱਤਰ ਨੂੰ ਕੀ ਸਮੱਸਿਆ ਸੀ ਕਿ ਬੌਸ ਨੇ ਅਜਿਹਾ ਐਲਾਨ ਕੀਤਾ ਸੀ। ਇਹ ਗੱਲ
ਬਾਰ-ਬਾਰ ਸੁਣਾਈ ਦੇ ਰਹੀ ਸੀ। ਇੱਕ ਵੀ ਕੁੜੀ ਬੌਸ ਦੇ ਮੁੰਡੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ, ਪਰ ਇਹ ਗੱਲ ਬਾਰ-ਬਾਰ ਸੁਣ ਕੇ ਮੇਰੇ ਦਿਲ ਵਿੱਚ ਖਿਆਲ ਆ ਰਿਹਾ ਸੀ ਕਿ ਜੇ ਇੰਨੇ ਪੈਸੇ ਮਿਲਣਗੇ ਤਾਂ ਮੈਂ ਹੀ ਬੌਸ ਦੇ ਮੁੰਡੇ ਨਾਲ ਵਿਆਹ ਕਿਉਂ ਨਾ ਕਰ ਲਵਾਂ। ਮੈਂ ਆਪਣੇ ਬੌਸ ਦੇ ਬੇਟੇ ਨਾਲ ਜੋ ਵੀ ਰਿਸ਼ਤਾ ਬਣਾਵਾਂਗੀ ਉਹ ਜਾਇਜ਼ ਅਤੇ ਕਾਨੂੰਨੀ ਰਿਸ਼ਤਾ ਹੋਵੇਗਾ ਤੇ ਮੈਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੀ। ਇਹ ਠੀਕ ਹੈ, 24 ਘੰਟੇ ਲਈ ਉਹ ਮੇਰਾ ਪਤੀ ਹੋਵੇਗਾ ਅਤੇ ਮੇਰਾ ਪਤੀ ਹੋਣ ਦੇ ਨਾਤੇ ਉਸ ਦਾ ਮੇਰੇ ਸਰੀਰ ਤੇ ਪੂਰਾ ਅਧਿਕਾਰ ਹੋਵੇਗਾ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਮੈਂ 24 ਘੰਟਿਆਂ ਬਾਅਦ ਉਸ ਨੂੰ ਤਲਾਕ ਦੇ ਦਿਆਂਗੀ, ਪਰ ਮੈਨੂੰ ਮਿਲਣ ਵਾਲੀ ਵੱਡੀ ਰਕਮ ਨਾਲ ਮੇਰੇ ਘਰ ਦੀ ਹਾਲਾਤ ਸੁਧਰ ਜਾਵੇਗੀ। ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੀ ਹਾਂ ਅਤੇ ਫਿਰ ਕਿਹੜਾ ਵਿਆਹ ਸਾਰੀ ਉਮਰ ਚੱਲਣਾ ਹੈ। ਇਹ ਸਿਰਫ ਇੱਕ ਸੌਦਾ ਹੈ। ਮੇਰਾ ਦਿਲ ਬਾਰ-ਬਾਰ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਿਲ ਦੇ ਦਿਮਾਗ ਦੀ ਜੰਗ ਚੱਲ ਰਹੀ ਸੀ ਤੇ ਫਿਰ ਦਿਲ ਜਿੱਤ ਗਿਆ। ਮੈਂ ਇਸ ਅੱਗ ਵਿੱਚ ਛਾਲ ਮਾਰਨ ਦਾ ਫੈਸਲਾ ਕਰਦੇ ਹੋਏ ਬੌਸ ਨੂੰ ਹਾਂ ਕਿਹਾ। ਮੇਰੀ ਗੱਲ ਸੁਣ ਕੇ ਮੇਰਾ ਬੌਸ ਬਹੁਤ ਖੁਸ਼ ਹੋਇਆ ਅਤੇ ਤੁਰੰਤ ਪੰਡਿਤ ਜੀ ਨੂੰ ਬੁਲਾਇਆ, ਸ਼ੁਭ ਸਮਾਂ ਕਢਵਾ ਲਿਆ। ਘਰ ਆ ਕੇ ਮੈਂ ਮਾਂ ਨਾਲ ਗੱਲ ਕੀਤੀ। ਮੇਰੀ ਗੱਲ ਸੁਣ ਕੇ ਮਾਂ ਹੈਰਾਨੀ ਨਾਲ ਮੇਰੇ ਵੱਲ ਦੇਖਦੀ ਰਹੀ। ਕੁਝ ਦੇਰ ਤੱਕ ਉਹ ਕੁਝ ਨਾ ਕਹਿ ਸਕੀ। ਉਹ ਮੇਰੇ ਨਾਲ ਬਹੁਤ ਗੁੱਸੇ ਸੀ। ਮੇਰੇ ਪਿਤਾ ਜੀ ਵੀ ਗੁੱਸਾ ਸੀ। ਦੋਵਾਂ ਨੇ ਮੈਨੂੰ ਇਹ ਕੰਮ ਕਰਨ ਤੋਂ ਵਰਜਿਆ, ਪਰ ਮੈਂ ਪੱਕਾ ਇਰਾਦਾ ਕਰ ਲਿਆ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਨੂੰ ਇਸ ਪੈਸੇ ਦਾ ਲਾਲਚ ਸੀ ਜਿਸ ਨਾਲ ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੀ ਸੀ। ਜੇ ਮੇਰੇ ਪਿਤਾ ਜੀ ਨੂੰ ਕੁਝ ਹੋ ਗਿਆ ਹੁੰਦਾ ਤਾਂ ਮੈਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ ਸੀ। ਕਿ ਰੱਬ ਨੇ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ, ਫਿਰ ਵੀ ਮੈਂ ਇਹ ਮੌਕਾ ਗਵਾ ਦਿੱਤਾ ਅਤੇ ਮੇਰੀ ਇੱਕ ਛੋਟੀ ਜਿਹੀ ਗਲਤੀ ਕਾਰਨ ਮੇਰੇ ਪਿਤਾ ਦਾ ਇਲਾਜ ਨਾ ਹੋ ਸਕਿਆ ਅਤੇ ਫਿਰ ਉਹ ਇਸ ਸੰਸਾਰ ਤੋਂ ਚਲੇ ਗਏ। ਇਹ ਸੋਚ ਕੇ ਮੈਂ ਆਪਣਾ ਇਰਾਦਾ ਪੱਕਾ ਕਰ ਲਿਆ ਸੀ। ਮੈਂ ਮੰਮੀ ਡੈਡੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਸਮਝ ਨਹੀਂ ਰਹੇ ਸਨ। ਇਸ ਦੀ ਬਜਾਏ ਉਹ ਮੈਨੂੰ ਸਮਝਾਉਣ ਲਈ ਬੈਠ ਗਏ, ਪਰ ਹੁਣ ਮੈਂ ਸਮਝਣ ਅਤੇ ਸਮਝਾਉਣ ਦੀ ਹੱਦ ਲੰਘ ਚੁੱਕੀ ਸੀ। ਇਸ ਲਈ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਫਿਰ ਮੇਰੇ ਵਿਆਹ ਦਾ ਦਿਨ ਆ ਗਿਆ। ਅਸੀਂ ਇੱਕ ਛੋਟੇ ਜਿਹੇ ਸਮਾਗਮ ਵਿੱਚ ਵਿਆਹ ਕਰਵਾ ਲਿਆ। ਮੈਂ ਅਜੇ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ, ਪਰ ਮੈਂ ਉਸ ਦਾ ਨਾਮ ਸੁਣ ਕੇ ਜ਼ਰੂਰ ਹੈਰਾਨ ਹੋ ਗਈ ਸੀ। ਪਰ ਇਸ ਨਾਮ ਵਾਲੇ ਬਹੁਤ ਸਾਰੇ ਲੋਕ ਹਨ ਅਤੇ ਫਿਰ ਇਹ ਵਿਸ਼ਾਲ ਮੇਰੇ ਵਾਲਾ ਵਿਸ਼ਾਲ ਨਹੀਂ ਹੋ ਸਕਦਾ ਜਿਸ ਨੂੰ ਮੈਂ ਪਿਆਰ ਕਰਦੀ ਸੀ ਤੇ ਉਹ ਪਾਗਲ ਤਾਂ ਬਿਲਕੁਲ ਨਹੀਂ ਸੀ ਅਤੇ ਲੋਕ ਇਸ ਵਿਸ਼ਾਲ ਨੂੰ ਪਾਗਲ ਅਤੇ ਸਾਈਕੋ ਕਹਿੰਦੇ ਸਨ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਅਤੇ ਫਿਰ ਕਮਰੇ ਵਿੱਚ ਮੈਂ ਜਿਸ ਨੂੰ ਦੇਖਿਆ ਉਸ ਨੂੰ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੇਰੇ ਸਾਹਮਣੇ ਜੋ ਬੈਠਾ ਸੀ ਉਹ ਮੇਰਾ ਆਪਣਾ ਵਿਸ਼ਾਲ ਸੀ ਜਿਸ ਨੂੰ ਮੈਂ ਦਿਲੋਂ ਪਿਆਰ ਕਰਦੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਇਹ ਖੁਸ਼ੀ ਦੇ ਹੰਝੂ ਸਨ, ਇਹ ਮੇਰੀ ਬੇਵੱਸੀ ਦੇ ਹੰਝੂ ਸਨ। ਮੈਂ ਕੁਝ ਕਹਿ ਨਹੀਂ ਸਕੀ। ਵਿਸ਼ਾਲ ਵੀ ਮੇਰੇ ਵੱਲ ਦੇਖ ਰਿਹਾ ਸੀ। ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ। ਉਹ ਮੇਰੇ ਵੱਲ ਬਹੁਤ ਧਿਆਨ ਨਾਲ ਅਤੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਆਪਣਾ ਸਿਰ ਝੁਕਾਇਆ ਤੇ ਮੈਂ ਉਸ ਨੂੰ ਪੁੱਛਿਆ, ਕੀ ਹੋਇਆ? ਲੋਕ ਤੁਹਾਨੂੰ ਸਾਈਕੋ ਅਤੇ ਪਾਗਲ ਕਿਉਂ ਕਹਿੰਦੇ ਹਨ? ਤੁਸੀਂ ਸਾਈਕੋ ਅਤੇ ਪਾਗਲ ਕਿਉਂ ਹੋ ਗਏ ਹੋ? ਇਹ ਗੱਲਾਂ ਤੁਹਾਡੇ ਬਾਰੇ ਕਿਉਂ ਮਸ਼ਹੂਰ ਹਨ? ਮੇਰੀ ਗੱਲ ਸੁਣ ਕੇ ਵਿਸ਼ਾਲ ਨੇ ਡੂੰਘਾ ਸਾਹ ਲੈਂਦਿਆਂ ਕਿਹਾ, ਜਦੋਂ ਮੈਂ ਕਾਲਜ ਵਿੱਚ ਦਾਖਲਾ ਲੈ ਕੇ ਗਿਆ ਸੀ ਤਾਂ ਉੱਥੇ ਮੇਰੀ ਪਹਿਲੀ ਨਜ਼ਰ ਤੇਰੇ ਤੇ ਪਈ ਸੀ। ਤੂੰ ਬੈਂਚ ਤੇ ਬੈਠ ਕੇ ਕੁਝ ਨੋਟ ਬਣਾ ਰਹੀ ਸੀ। ਬਹੁਤ ਸਾਰੀਆਂ ਮਾਡਰਨ ਕੁੜੀਆਂ ਵਿੱਚੋਂ ਜਿਨ੍ਹਾਂ ਨੇ ਮੇਕਅਪ ਕਰਕੇ ਆਪਣੇ ਆਪ ਨੂੰ ਕੇਕ ਪੇਸਟੀਆਂ ਵਾਂਗ ਬਣਾਇਆ ਹੋਇਆ ਸੀ, ਤੁਸੀਂ ਉਹਨਾਂ ਨਾਲੋਂ ਬਿਲਕੁਲ ਵੱਖਰੀ ਅਤੇ ਸਧਾਰਨ ਲੱਗ ਰਹੇ ਸੀ। ਤੁਹਾਡਾ ਚਿਹਰਾ ਹਰ ਤਰ੍ਹਾਂ ਦੇ ਮੇਕਅਪ ਤੋਂ ਸਾਫ਼ ਸੀ ਤੇ ਉਹੀ ਸਾਦਗੀ ਮੇਰੇ ਦਿਲ 'ਚ ਵੱਸ ਗਈ ਸੀ। ਮੈਨੂੰ ਤੇਰੀ ਸਾਦਗੀ ਨਾਲ ਪਿਆਰ ਹੋ ਗਿਆ ਸੀ। ਉਸ ਸਮੇਂ ਤੂੰ ਚਿੱਟਾ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਤੂੰ ਮਾਸੂਮ ਗੁੱਡੀ ਲੱਗ ਰਹੀ ਸੀ। ਮੈਂ ਕੁਝ ਦੇਰ ਤੱਕ ਤੈਨੂੰ ਦੇਖਦਾ ਰਿਹਾ। ਇੰਜ ਜਾਪਦਾ ਸੀ ਜਿਵੇਂ ਕਿਸੇ ਹੋਰ ਥਾਂ ਤੇ ਕੋਈ ਫਰਿਸ਼ਤਾ ਮੇਰੇ ਸਾਹਮਣੇ ਆ ਗਿਆ ਹੋਵੇ। ਤੈਥੋਂ ਪਹਿਲਾਂ ਵੀ ਕਈ ਕੁੜੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ, ਪਰ ਮੇਰਾ ਦਿਲ ਕਿਸੇ ਵੀ ਕੁੜੀ ਨਾਲ ਨਹੀਂ ਮਿਲਿਆ। ਉਹ ਕੁੜੀਆਂ ਟਾਈਮ ਪਾਸ ਕਰਨ ਲਈ ਮੇਰੇ ਕੋਲ ਆਉਂਦੀਆਂ ਸਨ, ਪਰ ਤੈਨੂੰ ਦੇਖ ਕੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ ਤੇ ਮੈਂ ਉੱਥੇ ਪੜ੍ਹ ਕੇ ਫੈਸਲਾ ਕਰ ਲਿਆ ਸੀ ਕਿ ਮੈਂ ਸਿਰਫ ਤੈਨੂੰ ਹੀ ਆਪਣਾ ਜੀਵਨ ਸਾਥੀ ਬਣਾਵਾਂਗਾ। ਇਸ ਲਈ ਮੈਂ ਤੁਹਾਡੇ ਨਾਲ ਗੱਲ ਕਰਨਾ ਸ਼ੁਰੂ ਕਰ ਦਿੱਤਾ। ਉਨੀ ਦਿਨੀ ਮੇਰੇ ਪਿਤਾ ਜੀ ਨੇ ਮੇਰੇ ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
दरअसल पिता जी ने मैनू होस्टल तो घर बुलाया सी। मैं तुहाडे बारे पापा नाल भी गल कीती सी कि मैनू अपने कॉलेज दी एक कुड़ी नाल प्यार है अते मैं उस तो बिना रहण बारे सोच भी नहीं सकदा। पर साडे विचकार खड़ी पैसे दी कंध ने साडे प्यार नू पूरा नहीं होण दिता। जदों पापा ने मैनू तुहाडे बारे पुछा तां उन्हां नू सच दस्सिया कि तुसीं एक गरीब परिवार नाल संबंधित हो। तुहाडे पिता सब्जी दी दुकान चलाउंदे हन। इह सुण के पापा गुस्से विच आ गए। पापा ने मैनू साफ इनकार कर दिता। पापा ने तुहानू मिलन दी हिम्मत भी नहीं दित्ती। उन्हां नू तुहाडी काबिलियत, तुहाडी सुंदरता अते सादगी नाल कोई मतलब नहीं सी। ਉਹ ਮੈਨੂੰ ਆਪਣੇ ਵਰਗੇ ਕਾਰੋਬਾਰੀ ਵਰਗ ਦੇ ਪਰਿਵਾਰ ਨਾਲ ਵਿਆਹਣਾ ਚਾਹੁੰਦੇ ਸੀ ਤਾਂ ਜੋ ਉਹ ਆਪਣਾ ਕਾਰੋਬਾਰ ਵਧਾ ਸਕਣ। ਮੈਂ ਇਸ ਬਾਰੇ ਉਹਨਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ, ਪਰ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਅਤੇ ਇੱਕ ਥਾਂ ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਇਸੇ ਕਰਕੇ ਮੈਂ ਆਖਰੀ ਦਿਨ ਕਾਲਜ ਨਹੀਂ ਆ ਸਕਿਆ। ਮੈਨੂੰ ਪਤਾ ਸੀ ਕਿ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ। ਮੈਂ ਤੇਰੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਦੇਖਿਆ ਸੀ। ਮੈਂ ਆਖਰੀ ਦਿਨ ਤੇਰੀ ਉਮੀਦ ਨੂੰ ਤੋੜ ਨਹੀਂ ਸਕਦਾ ਸੀ। ਮੈਂ ਆਪਣੇ ਪਿਤਾ ਦੇ ਕਾਰਨ ਬੇਵਸ ਸੀ। ਪਾਪਾ ਨੇ ਆਪਣੀ ਸਹੁੰ ਖਾ ਕੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਤੇ ਮੈਂ ਆਖਰੀ ਦਿਨ ਕਾਲਜ ਜਾ ਕੇ ਤੁਹਾਡੀਆਂ ਉਮੀਦਾਂ ਕਿਵੇਂ ਤੋੜ ਸਕਦਾ ਸੀ। ਮੈਂ ਕਿਸ ਮੂੰਹ ਆਖਦਾ ਕਿ ਮੇਰਾ ਰਿਸ਼ਤਾ ਤੈਅ ਹੋ ਗਿਆ ਹੈ। ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਇਸੇ ਕਰਕੇ ਮੈਂ ਜਾਣਬੁੱਝ ਕੇ ਆਖਰੀ ਦਿਨ ਕਾਲਜ ਨਹੀਂ ਆਇਆ। ਮੇਰੀ ਮੰਗਣੀ ਬੜੀ ਧੂਮ-ਧਾਮ ਨਾਲ ਹੋਈ। ਮੈਂ ਆਪਣੇ ਪਿਤਾ ਦੀ ਇੱਛਾ ਅੱਗੇ ਸਿਰ ਝੁਕਾ ਲਿਆ ਸੀ, ਪਰ ਉਸ ਤੋਂ ਬਾਅਦ ਮੈਂ ਚੁੱਪ ਰਹਿਣ ਲੱਗ ਪਿਆ। ਮੇਰੀ ਮੰਗੇਤਰ ਅਕਸਰ ਮੈਨੂੰ ਬਾਹਰ ਲਿਜਾਣ ਲਈ ਕਹਿੰਦੀ, ਮੈਨੂੰ ਮਹਿੰਗੇ ਤੋਹਫੇ ਦਿੰਦੀ ਸੀ। ਉਹ ਮੇਰੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ, ਪਰ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਬਾਰ-ਬਾਰ ਤੇਰੇ ਬਾਰੇ ਸੋਚਦਾ ਸੀ। ਫਿਰ ਇੱਕ ਦਿਨ ਮੈਂ ਕਾਲਜ ਵਿਭਾਗ ਤੋਂ ਤੁਹਾਡੇ ਘਰ ਦਾ ਪਤਾ ਲੈ ਲਿਆ ਅਤੇ ਫਿਰ ਤੁਹਾਡੇ ਘਰ ਵੀ ਗਿਆ, ਪਰ ਉੱਥੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਲੋਕ ਘਰ ਛੱਡ ਗਏ ਹੋ। ਮੈਂ ਬਹੁਤ ਨਿਰਾਸ਼ ਸੀ। ਹੁਣ ਇੰਨੇ ਵੱਡੇ ਸ਼ਹਿਰ ਵਿੱਚ ਮੈਂ ਤੁਹਾਨੂੰ ਕਿੱਥੇ ਲੱਭਦਾ। ਉਸ ਤੋਂ ਬਾਅਦ ਮੈਂ ਆਪਣੇ ਆਪ ਤੋਂ ਬੋਰ ਹੋ ਗਿਆ। ਉਨੀ ਦਿਨੀ ਮੇਰੀ ਮੰਗੇਤਰ ਨਾਲ ਲੜਾਈ ਹੋ ਗਈ। ਉਹ ਬਹੁਤ ਖੁੱਲੇ ਦਿਲ ਵਾਲੀ ਕੁੜੀ ਸੀ। ਇੱਕ ਵਾਰ ਅਸੀਂ ਸਾਰੇ ਇੱਕ ਹੋਟਲ ਵਿੱਚ ਸੀ ਤੇ ਪਾਰਟੀ ਚੱਲ ਰਹੀ ਸੀ। ਮੈਨੂੰ ਹੋਟਲ ਦੇ ਕਮਰੇ ਵਿੱਚ ਲੈ ਗਈ ਤੇ ਮੇਰੇ ਨਾਲ ਉਸਨੇ ਕਿਹਾ ਕਿ ਵਿਸ਼ਾਲ, ਇਹ ਵਿਆਹ ਤੋਂ ਬਾਅਦ ਹੋਣਾ ਹੀ ਹੈ। ਜੇ ਇਹ ਪਹਿਲਾਂ ਹੁੰਦਾ ਹੈ ਤਾਂ ਕੀ ਗਲਤ ਹੈ। ਮੈਂ ਤੇਰੇ ਬਿਨਾਂ ਹੋਰ ਨਹੀਂ ਰਹਿ ਸਕਦੀ। ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੀ। ਮੈਂ ਉਸਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ ਤੇ ਮੈਂ ਘਰ ਆ ਗਿਆ। ਉਸ ਨੂੰ ਮੇਰਾ ਇਸ ਤਰ੍ਹਾਂ ਛੱਡ ਕੇ ਜਾਣਾ ਬੁਰਾ ਲੱਗਾ ਅਤੇ ਉਸਨੇ ਆਪਣੇ ਪਿਤਾ ਨੂੰ ਮੇਰੀ ਸ਼ਿਕਾਇਤ ਕਰ ਦਿੱਤੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਤਾਂ ਘਰ ਵਿੱਚ ਹੜਕੰਪ ਮਚ ਗਿਆ। ਪਾਪਾ ਨੇ ਪਹਿਲਾਂ ਤਾਂ ਮੈਨੂੰ ਬੁਰਾ ਭਲਾ ਬੋਲਿਆ ਅਤੇ ਫਿਰ ਪਾਪਾ ਨੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਇਹ ਸੱਚ ਹੈ ਕਿ ਮੈਨੂੰ ਆਪਣੀ ਮੰਗੇਤਰ ਤੋਂ ਮਾਫੀ ਮੰਗਣੀ ਪਵੇਗੀ ਅਤੇ ਆਪਣਾ ਵਿਵਹਾਰ ਸੁਧਾਰਨਾ ਪਵੇਗਾ, ਨਹੀਂ ਤਾਂ ਉਸ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਨਾ ਤਾਂ ਮੈਂ ਉਸ ਕੁੜੀ ਤੋਂ ਮਾਫੀ ਮੰਗਣੀ ਚਾਹੁੰਦਾ ਸੀ ਤੇ ਨਾ ਹੀ ਮੈਂ ਆਪਣਾ ਰਿਸ਼ਤਾ ਸੁਧਾਰਨਾ ਚਾਹੁੰਦਾ ਸੀ। ਨਤੀਜੇ ਵਜੋਂ ਸਾਡੀ ਮੰਗਣੀ ਟੁੱਟ ਗਈ। ਪਾਪਾ ਮੇਰੇ ਨਾਲ ਬਹੁਤ ਗੁੱਸੇ ਹੋ ਗਏ। ਫਿਰ ਪਾਪਾ ਨੇ ਕਿਸੇ ਹੋਰ ਥਾਂ ਤੇ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਮੈਨੂੰ ਉਸ ਕੁੜੀ ਨਾਲ ਮਿਲਣ ਜੁਲਣ ਲਈ ਕੁਝ ਸਮਾਂ ਦਿੱਤਾ। ਪਾਪਾ ਚਾਹੁੰਦੇ ਸਨ ਕਿ ਅਸੀਂ ਇੱਕ ਦੂਜੇ ਨੂੰ ਸਮਝਾਈਏ ਅਤੇ ਫਿਰ ਜਲਦੀ ਵਿਆਹ ਕਰ ਲਈਏ, ਪਰ ਮੇਰਾ ਦਿਲ ਕਿਤੇ ਨਹੀਂ ਸੀ ਲੱਗਦਾ। ਪਾਪਾ ਮੈਨੂੰ ਬਹੁਤ ਝਿੜਕਦੇ ਸਨ। ਕਈ ਵਾਰ ਮੈਨੂੰ ਸਮਝਾਉਣ ਤੋਂ ਬਾਅਦ ਪਿਤਾ ਜੀ ਮੇਰੀ ਚਿੰਤਾ ਕਰਨ ਲੱਗ ਪਏ। ਹੁਣ ਉਹ ਮੈਨੂੰ ਵੀ ਸਮਾਂ ਦੇਣ ਲੱਗੇ ਕਿਉਂਕਿ ਹੁਣ ਮੈਂ ਪੂਰੀ ਤਰ੍ਹਾਂ ਬਦਲ ਗਿਆ ਸੀ। ਮੈਂ ਹੱਸਣਾ ਤਾਂ ਪੂਰੀ ਤਰ੍ਹਾਂ ਭੁੱਲ ਗਿਆ ਸੀ। ਦੋਸਤਾਂ ਨਾਲ ਪਾਰਟੀ ਕਰਨਾ ਵੀ ਭੁੱਲ ਗਿਆ ਸੀ। ਹੌਲੀ-ਹੌਲੀ ਮੇਰੀ ਦੂਜੀ ਮੰਗਣੀ ਵੀ ਟੁੱਟ ਗਈ। ਮੈਂ ਆਪਣੇ ਪਿਤਾ ਨੂੰ ਸਾਫ਼-ਸਾਫ਼ ਕਿਹਾ ਕਿ ਮੇਰੇ ਲਈ ਕੋਈ ਰਿਸ਼ਤਾ ਨਾ ਵੇਖਣਾ। ਮੈਂ ਫਿਲਹਾਲ ਵਿਆਹ ਨਹੀਂ ਕਰਨਾ ਚਾਹੁੰਦਾ। ਮੈਨੂੰ ਕੁਝ ਸਮਾਂ ਦਿਓ। ਪਾਪਾ ਮੇਰੀ ਹਾਲਤ ਦੇਖ ਕੇ ਫਿਕਰਮੰਦ ਹੋਣ ਲੱਗੇ। ਮੈਂ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਸੀ। ਪਾਪਾ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆ ਤੋਂ ਅਲੱਗ ਅਤੇ ਬੇਵਸ ਹੁੰਦੇ ਨਹੀਂ ਦੇਖ ਸਕਦੇ ਸਨ। ਉਸ ਨੂੰ ਮੇਰੀ ਸਿਹਤ ਦੀ ਚਿੰਤਾ ਹੋਣ ਲੱਗੀ। ਆਖਰਕਾਰ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਸੀ ਅਤੇ ਪਿਤਾ ਜੀ ਆਪਣੇ ਇਕਲੌਤੇ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦੇ ਸਨ। ਹੁਣ ਮੈਂ ਰਾਤ ਨੂੰ ਚੀਕਾਂ ਮਾਰ ਕੇ ਜਾਗਦਾ ਸੀ। ਲੋਕ ਮੈਨੂੰ ਪਾਗਲ ਤੇ ਸਾਈਕੋ ਕਹਿਣ ਲੱਗੇ। ਪਾਪਾ ਮੇਰੀ ਹਾਲਤ ਦੇਖ ਕੇ ਬਹੁਤ ਚਿੰਤਤ ਸਨ। ਮੈਨੂੰ ਹੌਸਲਾ ਦੇਣ ਲਈ ਉਹ ਅਕਸਰ ਮੇਰੇ ਦੋਸਤਾਂ ਨੂੰ ਮੇਰੇ ਘਰ ਬੁਲਾਉਂਦੇ ਤਾਂ ਮੈਂ ਖੁਸ਼ ਹੋ ਸਕਾਂ, ਪਰ ਮੈਨੂੰ ਕੁਝ ਸਮੇਂ ਲਈ ਰਾਹਤ ਮਿਲਦੀ ਸੀ, ਪਰ ਫਿਰ ਮੇਰੀ ਹਾਲਤ ਉਹੀ ਹੋ ਜਾਂਦੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੇ ਹਾਰ ਮੰਨ ਲਈ ਅਤੇ ਮੈਨੂੰ ਉਸ ਲੜਕੀ ਨੂੰ ਲੱਭਣ ਲਈ ਕਿਹਾ। ਜੇਕਰ ਤੁਸੀਂ 1 ਮਹੀਨੇ ਦੇ ਅੰਦਰ ਉਸ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ ਤਾਂ ਮੈਂ ਤੁਹਾਡਾ ਵਿਆਹ ਉਸ ਨਾਲ ਕਰ ਦਿਆਂਗਾ, ਨਹੀਂ ਤਾਂ ਤੁਹਾਨੂੰ ਉਸ ਕੁੜੀ ਨਾਲ ਵਿਆਹ ਕਰਨਾ ਪਵੇਗਾ ਜਿਸ ਨਾਲ ਮੈਂ ਤੁਹਾਨੂੰ ਕਹਾਂਗਾ।
ਮੈਂ ਪਿਤਾ ਜੀ ਦੀ ਸ਼ਰਤ ਮੰਨ ਲਈ। ਮੈਂ ਤੁਹਾਨੂੰ ਬਹੁਤ ਲੱਭਿਆ, ਤੁਹਾਡੇ ਇਲਾਕੇ ਵਿੱਚ ਗਿਆ ਅਤੇ ਉੱਥੋਂ ਤੁਹਾਡਾ ਨਵਾਂ ਪਤਾ ਲੈ ਲਿਆ, ਪਰ ਉਹਨਾਂ ਨੇ ਜੋ ਪਤਾ ਦਿੱਤਾ ਉਹ ਗਲਤ ਨਿਕਲਿਆ। ਤੇਰੇ ਪਾਪਾ ਬਾਰੇ ਤਾਂ ਮੈਨੂੰ ਕੁਝ ਪਤਾ ਹੀ ਨਹੀਂ ਸੀ। ਫਿਰ ਮਹੀਨਾ ਕਿਵੇਂ ਲੰਘ ਗਿਆ ਮੈਨੂੰ ਕੁਝ ਪਤਾ ਨਹੀਂ ਲੱਗਾ। ਤੇਰੀ ਨਾ ਤਾਂ ਤੇਰੀ ਕੋਈ ਤਸਵੀਰ ਸੀ ਤੇ ਨਾ ਹੀ ਕਿਸੇ ਨਾਲ ਤੇਰੀ ਦੋਸਤੀ ਸੀ ਜਿਸ ਤੋਂ ਮੈਂ ਤੇਰੇ ਬਾਰੇ ਪੁੱਛ ਸਕਦਾ। ਮਹੀਨਾ ਖਤਮ ਹੁੰਦੇ ਹੀ ਪਾਪਾ ਨੇ ਮੈਨੂੰ ਤੁਹਾਡੇ ਬਾਰੇ ਪੁੱਛਿਆ ਤਾਂ ਮੈਂ ਹਾਰੇ ਹੋਏ ਲਹਿਜੇ ਵਿੱਚ ਪਾਪਾ ਨੂੰ ਕਿਹਾ ਕਿ ਮੈਂ ਕਿਸੇ ਵੀ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਹਾਂ। ਪਾਪਾ ਬਹੁਤ ਖੁਸ਼ ਸਨ ਅਤੇ ਫਿਰ ਅਗਲੇ ਹੀ ਦਿਨ ਉਹਨਾਂ ਨੇ ਕਿਹਾ ਕਿ ਮੇਰੀ ਨਿਗਾਹ ਵਿੱਚ ਇੱਕ ਲੜਕੀ ਹੈ ਜਿਸ ਨਾਲ ਤੁਹਾਡਾ ਵਿਆਹ ਤੈਅ ਹੋ ਗਿਆ। ਮੈਂ ਪਿਤਾ ਜੀ